कहना फरूक भाई मैं कहना सी इनको अपने हलीफा की कसम चुक के खा दे कि कदों का बकरा ने खाद्या सिर्फ अपने हलीफा की कसम चुक के कह दे कि इन्ने दिन हो गए मैं बकरा खाने सूंघिया भी नहीं होना बकरा बेचारे ने ਬੱਕਰਾ ਤੇ ਉਹਨੂੰ ਸੌਂਗ ਗਿਆ ਨਾ। ਮੇਰੀ ਗੱਲ ਸੁਣ ਅਲੀ, ਮੈਂ ਤੈਨੂੰ ਇੱਕ ਗੱਲ ਦੱਸਾਂ ਭਰਾਵਾਂ ਤੌਰ, ਅੱਲਾ ਜਾਣਦਾ ਮਿਸ਼ਰੇ ਤੇ ਹੱਥ ਹੌਲਾ ਕਰ ਦਿਓ। ਮਿਸ਼ਰਾ ਦਿਲੋਂ ਦਿਮਾਗ ਜਮਾਤ ਤੂੰ ਤੰਗ ਜੇ। ਮਸਲਨ ਮੈਂ ਹੁਣ ਟਾਈਮ ਵੇਖ ਰਿਹਾ ਬਰਾੜ, ਜਦੋਂ ਐਂਡ ਕਰਨੇ ਤੂੰ ਵੀ ਹੋਸਟ ਹੈ, ਤੈਨੂੰ ਪਤਾ ਟਾਈਮ ਆਂਦਾ ਨਾ ਕਿ ਕਿਹੜੇ ਵਿਊਅਰ ਨੇ ਕਿੰਨਾ ਟਾਈਮ ਵੇਖਿਆ। ਹੈਲੋ ना फरूक भाई तुसीं इहनूं नहीं जानदे, पहले तो बोलदी नहीं सी होंदा, सुबह सुबह मेरी बराड़ ते बह जांदा सी, आस्ता 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 दूजे बंदे नूं वेख वेख के ना फुरकान नूं वेख के नासर बट नूं वेख के बड़ी बदतमीजी करन लग पिया। कहंदा है जनाब मेरे वड्डियां ने कुर्बानियां दित्तियां ने, बस इन्नी गल पे करदा है कि मेरे वड्डे वड्डेरियां ने बहुत कुर्बानियां दित्तियां ने। ओ भावें खूह छाल मारदे सां कि तूं भी खूह छाल मारे दा। ਉਹ ਮੇਰੀ ਗੱਲ ਤੇ ਸੁਣ, ਮੈਂ ਜਿਹੜੀ ਗੱਲ ਸਮਝਾ ਰਿਹਾ ਉਹ ਤੇ ਸੁਣ ਪਹਿਲੇ। ਜਦੋਂ ਬਰਾਡ ਆਪਾਂ ਐਂਡ ਕਰਨੇ ਨਾ ਉੱਥੇ ਟਾਈਮ ਆਂਦਾ ਹੈ ਕਿ ਕਿਹੜੇ ਵਿਊਅਰ ਨੇ ਸਭ ਤੋਂ ਜ਼ਿਆਦਾ ਟਾਈਮ ਦਿੱਤਾ ਹੈ ਨਾ ਵੇਖਿਆ। ਮਿਸ਼ਰਾ ਅੱਜ ਮੈਂ 12 ਘੰਟੇ ਲਾਈਵ ਬੈਠਾ ਰਿਹਾ ਤੇ ਮਿਸ਼ਰਾ ਜਿਹੜਾ ਨਾ ਉਹਨਾਂ ਦੇ ਵਿੱਚੋਂ ਕੋਈ ਟੌਪ 5-6 ਬੰਦਿਆਂ ਦੇ ਵਿੱਚ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਟਾਈਮ ਬਰਾਡ ਵੇਖੀ। ਕਹਿਣ ਦਾ ਮਕਸਦ ਇਹ ਵੇ ਕਿ ਮਿਸ਼ਰਾ ਮੈਨੂੰ ਲੱਗਦਾ ਹੈ ਕਿ ਅੰਦਰ ਖਾਨੇ ਇਹਨੂੰ ਮਜ਼ਾ ਆਉਂਦਾ ਹੈ ਜਦੋਂ ਇਹ ਮੀਰ ਸਲੀਮ ਉਰਲੇ ਪਰਲੇ ਤੇ ਮਸਰੂਰ ਵਗੈਰਾ ਦੀ ਕੁੱਤਿਓਂ ਹੁੰਦੀ ਹੈ ਨਾ, ਇਹਨੂੰ ਆਉਂਦਾ ਮਜ਼ਾ। ਇਹ ਚੁੱਪ ਕਰਕੇ ਮੋਬਾਈਲ ਲਾ ਦਿੰਦਾ ਗੱਡੀ ਦੇ ਵਿੱਚ, ਨਾਲ ਸਵਾਰੀਆਂ ਚੁੱਕੀ ਰੱਖਦਾ, ਨਾਲ ਸਪੀਕਰ ਤੇ ਚਲਾ ਦਿੰਦਾ ਕੁੱਤਿਓਂ ਤੇ ਇਹ ਕਰਦਾ ਰਹਿੰਦਾ ਇੰਜੋਏ। ਠੀਕ ਹੈ ਨਾ। ਤੇ ਮਸਲਨ ਇਹਨੂੰ ਪੋਲੀ ਕੀਤੀ ਰੱਖਿਆ ਕਰੋ ਤੇ ਇਹਨੂੰ ਭਾਈ ਰੱਖਿਆ ਕਰੋ, ਇਹਨੂੰ ਮਜ਼ਾ ਆਉਂਦਾ ਜੀ, ਯਕੀਨ ਕਰੋ ਇਹਨੂੰ ਮਜ਼ਾ ਆਉਂਦਾ। ਵਰਨਾ ਬੰਦਾ ਉੱਤੇ ਆਉਂਦਾ ਨਾ ਜਦੋਂ ਉਹ ਆ ਕੇ ਕੋਈ ਗੱਲ ਕਰਦਾ ਖਿਲਾਫ, ਇਹ ਉੱਤੇ ਆਇਆ ਇਹਨੇ ਆ ਕੇ ਕੋਈ ਖਿਲਾਫ ਗੱਲ ਨਹੀਂ ਕੀਤੀ। ਇਹਨੇ ਪਹਿਲਾਂ ਕੀ ਕਿਹਾ, ਕਹਿੰਦਾ ਭਾਈ ਮੈਂ ਤੇ ਜਸ਼ਨ ਮਨਾਇਆ ਰਾਤੀ ਬੱਕਰੇ ਪਾੜੇ ਨੇ ਮੈਂ ਬਸ ਇਸ ਖੁਸ਼ੀ 'ਚ। ਤੇ ਸਮਝੋ ਨਾ ਵਿਚਾਰਾ ਕਿਸ ਖੁਸ਼ੀ 'ਚ ਬੱਕਰੇ ਪਾੜਦਾ ਰਿਹਾ। ਵੀ ਚੰਗਾ ਹੋਇਆ ਮੀਰ ਸਲੀਮ ਨੰਗਾ ਹੋਇਆ, ਚੰਗਾ ਹੋਇਆ ਮੀਰ ਸਲੀਮ ਨੰਗਾ ਹੋਇਆ। अस्सलामुअलैकुम। वालेकुम सलाम जी। अमर साहब की हाल है? नज़ीर साहब अल्लाह का करम शुक्र है जनाब, तुसीं सुनाओ। खुदा का शुक्र है जी। ओ सर जी मेरे दिल तड़फ रही हो सी मीर सलीम जी सलवार वापस कर दो प्लीज। ਵੇਖੋ ਜੀ ਹੁਣ ਛੋੜ ਕੇ ਭਾਗ ਗਏ ਨੇ ਤੇ ਹੁਣ ਅਸੀਂ ਤੇ ਬੰਦੇ पे ਬੁਲਾਨੇ ਆ, ਲੈ ਜਾਓ ਆਪਣੀਆਂ ਸ਼ਾਵਾਂ। बड़ा मैं वो कह रहा मैं क्लिप तकिया सी ते बड़ा पिया गल्लां करदा सी। अमर नज़ीर 500 पता नहीं पाउंड या क्या रियाल या क्या डॉलर पता नहीं नाम रखिया, बड़ियां लंबियां चौड़ियां गल्लां। मैं लंद दो भैन कर जानी है। ਇਹ ਲਾਨਤ ਦੇ ਹੱਕਦਾਰ ਨੇ। ਉਹ ਸਲਵਾਰ ਡਿੱਗ ਪਈ ਜੀ ਕਿਤੇ, ਜਾਂ ਉੱਡ ਗਈ ਜੀ ਕਿਤੇ ਵਾਹ ਨਾਲ। इन्हों की अगे लत्थियां सलवार, इन्हों की क्या सलवार की जरूरत है? ਨਹੀਂ ਇਹ ਮੌਲਵੀ ਨੇ ਜਿਹੜੀ ਟੰਗੀ ਸੀ ਉਹ ਡਿੱਗ ਪਈ ਜੀ ਕਿਤੇ। अच्छा ਅਮਰ ਭਾਈ ਕੀ ਕਹਿਣਾ ਸੀ ਹੁਣ ਕਹਿ ਲਵੋ ਯਾਰ, ਫਿਰ ਮੈਂ ਨਿਕਲਣਾ ਵੇ। ਇੱਥੇ ਨਿਕਲ ਕੇ ਦੱਸੋ। ਉਹ ਨਿਕਲਣਾ ਮਤਲਬ ਯਾਰ ਇੱਥੇ। ਅੱਛਾ ਚਲੋ ਵੇ अच्छा मैं ना आना 2-3 मिनटा ताईं, मैं मोबाइल बदला दी बैटरी लो होगी दूजे मोबाइल ਤੁਹਾਨੂੰ। ਮਤਲਬ ਕੈਸਰ ਸਾਹਿਬ ਤੁਸੀਂ ਸੌਂ ਗਏ ਹੋ?
ਹਾਂਜੀ ਹਕੀਕੀ ਸਲਾਮ ਸਾਹਿਬ, ਵੇਖੀ ਸਾਰਿਆਂ ਨੇ ਅੱਜ ਤਫਸੀਰ, ਪਰੇਸ਼ਾਨ ਨਾ ਹੋਵੋ, ਪਈ YouTube ਤੇ ਰਿਕਾਰਡਿੰਗ ਅਸਾਂ ਵਿਖਾਈ ਸਾਰੀ ਦੁਨੀਆ ਨੂੰ ਅੱਜ ਜਿਹੜੀ ਤਫਸੀਰ ਕੀਤੀ ਨਾ ਉਹਨੇ ਕੁਰਾਨ ਦੀ। ਉਹ ਜਦੋਂ ਤਜ਼ਕਰਾ ਕਛਵੇਂ ਲੈ ਕੇ ਭੱਜਿਆ ਤੇ ਆ ਟੰਗੀਆਂ ਨੇ ਇੱਥੇ ਲੈ ਜਾਓ, ਸਾਰਿਆਂ ਨੇ ਵੇਖ ਲਈਆਂ ਨੇ ਭਾਈਜਾਨ। ਹੁਣ ਇੰਜ ਕਰੋ ਕਿ ਹੁਣ ਇਨਵੈਸਟੀਗੇਸ਼ਨ ਅਫੀਸਰ ਬਦਲ ਲਵੋ। ਉਹ ਸਹੀ ਕਹਿ ਰਿਹਾ ਸੀ ਮੌਲਵੀ ਨਈਮ ਕਿ ਹੁਣ ਬੰਦਾ ਬਦਲ ਲਵੋ, ਹੁਣ ਕਿਧਰੇ ਹੋਰ ਜਾ ਕੇ ਮਿਹਨਤ ਤਰਲਾ ਕਰੋ, ਕਿਉਂਕਿ ਇੱਥੇ ਸਾਰਿਆਂ ਨੇ ਵੇਖ ਲਿਆ ਕਿ ਕੌਣ ਭੱਜਿਆ ਤੇ ਕੌਣ ਨੱਠਿਆ। ਹੁਣ ਕੋਈ ਬੰਦਾ ਬਦਲ ਕੇ ਵੇਖੋ, ਸ਼ਾਇਦ ਕੋਈ ਗੱਲ ਬਣ ਜਾਵੇ। ਹਾਂ ਜੇ ਕੋਈ ਟੈਨਸ਼ਨ ਹੈ ਤੇ ਤਾਰਕ ਚਾਨਕ ਸਾਹਿਬ ਕੋਲੋਂ ਥੋੜੀ ਪੁੱਛਵਾ ਦਿੰਨੇ ਆ। ਇਹ ਗਵਾਹ ਸਨ, ਇਹਨਾਂ ਨੇ ਵੇਖੀ ਉੱਥੇ ਸੀ, ਇਹਨਾਂ ਨੂੰ ਵਿਖਾਈ ਸਾਰੀ ਬਕਾਇਦਾ। ਦੌੜਦੇ ਆ ਤੇ ਕਿੱਲੀ ਤੇ ਟੰਗੀ ਪਿੱਛੋਂ ਅੜ ਗਈ ਸੀ ਉਹ। ਇਮਤਿਆਜ਼ ਮਗਰੋਂ ਹੱਥ ਪਾਉਂਦਾ ਰਿਹਾ ਕਿ ਫੜੀ 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 ਫੜੀ, ਮੀਰ ਸਲੀਮ ਭੱਜੇ ਨਾ, ਤੇ ਉਹ ਹੱਥ ਵਿੱਚ ਕੱਚੀ ਰਹਿ ਗਈ ਤੇ ਮੀਰ ਸਲੀਮ ਦੌੜ ਗਿਆ। ਹਾਂਜੀ ਤੇ ਉਹ ਲੈ ਜਾਓ ਬਰਾਏ ਮਿਹਰਬਾਨੀ, ਆਪਣੀ ਅਮਾਨਤ ਲੈ ਜਾਓ ਯਾਰ ਵਾਪਸ। ਕੀ ਕਹਿ ਰਿਹਾ? ਮਿਊਟ ਕਰਾਂ? ਚੱਲ ਮੈਂ ਤੈਨੂੰ ਕਰ ਦਿੰਦਾ ਮਿਊਟ। ਕੌਣ? ਹਾਂ ਹੁਣ ਰਿਹਾ, ਪਤਾ ਨਹੀਂ ਕੋਈ ਕਹਿ ਰਿਹਾ ਜੀ ਮੈਨੂੰ ਮਿਊਟ ਕਰੋ, ਮੈਂ ਬਦਤਮੀਜ਼ ਆ, ਮੈਨੂੰ ਮਿਊਟ ਕਰੋ। ਖੋਲ ਦਿੱਤਾ ਦੁਬਾਰਾ, ਹੁਣ ਫੇਰ ਕਰ ਲਾ, ਜਿੰਨੀ ਵਾਰੀ ਦਿਲ ਕਰੇ ਕਰ ਲਾ। ਇਹਦਾ ਇਹੀ ਇਲਾਜ ਇਹੋ ਜਿਹਾ ਦਾ, ਇੱਕ ਅੱਧਾ ਮਿੰਟ ਮਿਊਟ ਕਰੋ ਫਿਰ ਅਨਮਿਊਟ ਹੋ ਜਾਏਗਾ। ਨਹੀਂ ਮੈਂ ਉਦੋਂ ਹੀ ਖੋਲ ਦਿੱਤਾ ਯਾਰ। ਮੈਂ ਵੀ ਕੁਝ ਖਾ ਲਵਾਂ, ਤੁਸੀਂ ਮੌਲਵੀ ਤੇ ਭਾਈ ਮਲਟੀਟਾਸਕਿੰਗ ਕਰ ਰਹੇ, ਸਾਰਾ ਕੁਝ ਨਾਲ ਖਾਦੀ ਪੀਤੀ ਵੀ ਆ ਰਹੇ, ਤੇ ਮੈਂ ਜਿਹੜਾ ਨਾ ਨਹੀਂ, ਮੈਂ ਨਾ ਰੋਟੀ ਖਾਧੀ ਹੈ ਤੇ ਇੰਝ ਹੀ ਬਸ ਸਵੀਟ ਡਿਸ਼ ਥੋੜੀ ਜਿਹੀ ਚੁਸਕੀ ਚੁਸਕੀ ਲੈ ਰਿਹਾ ਰੋਟੀ ਨੂੰ, ਖਾਣਾ ਖਾ ਲਿਆ। ਆਹ ਖਾਓ ਸਵੀਟ ਡਿਸ਼ਾਂ, ਹੁਣ ਤੁਸੀਂ ਅੱਜ ਤੇ ਤੁਸੀਂ ਖਾਣੀਆਂ ਨੇ ਹੁਣ। ਬੱਕਰੇ ਪਾਲ ਰਹੇ ਨਾ, ਉਹ ਵੇਖੋ ਦੋਲੇ ਜਿਆਦਾ ਚੂਹਾ। ਅੱਛਾ ਬੱਕਰਿਆਂ ਦੀਆਂ ਸ਼ਾਇਦ ਇਹਨੇ ਫੋਟੋਆਂ ਰੱਖੀਆਂ ਨੇ, ਮੈਨੂੰ ਲੱਗਦਾ ਉਹਨਾਂ ਚ ਡੇਲੀ ਜਾਂਦਾ, ਕੰਧ ਤੋਂ ਲਾ ਕੇ ਇੱਕ ਪਾੜ ਕੇ ਨਾ ਤੇ ਜੇਬ ਚ ਪਾ ਲੈਂਦਾ। ਹਾਂਜੀ ਬੱਕਰੇ ਪਾੜ ਮੌਲਵੀ, ਸਾਡੀ ਕਿਸਮਤ ਚ ਤਾਂ ਪੁੱਜੇ ਚਣੇ ਹੀ ਨੇ ਇਸ ਟਾਈਮ। ਥੱਲੇ ਮਿਰਜ਼ਾਈ ਪੁੱਛ ਲਿਆ ਅੱਜ ਤੱਕ ਤੁਸੀਂ ਸਾਡਾ ਕੀ ਉਖਾੜ ਲਿਆ? ਮਤਲਬ ਦੁਨੀਆ ਚ ਦਿਲ ਤੋਂ ਰਸਵਾਈ ਉਹਨਾਂ ਦੀ ਹੋ ਰਹੀ ਹੈ, ਅਜੇ ਵੀ ਕਹਿੰਦੇ ਨੇ ਸਾਡਾ ਕੀ ਉਖਾੜ ਲਿਆ। ਅਜੀਬ ਹੈ, ਬੜੀ ਢੀਠ ਕੌਮ ਹੈ ਯਾਰ। ਅਰੇ ਨਹੀਂ ਜੀ, ਹੈ ਤਾਰਕ ਚੌਹਾਨ ਸਾਹਿਬ ਨੇ 4 ਲੱਖ ਰੁਪਇਆ ਲੈ ਕੇ ਨੱਸ ਗਏ, ਉਹ ਦੱਸਣ ਲੱਗੇ ਸਾਨੂੰ ਖਾ ਲਿਆ ਕੀ ਜੇ 4 ਲੱਖ ਲੈ ਕੇ ਨੱਸੇ ਨਹੀਂ ਆ ਤੁਸੀਂ ਉਹਨਾਂ ਦਾ। 4 ਲੱਖ ਡਾਲਰ ਕਹਿੰਦੇ ਤੇ ਫਿਰ ਕੋਈ ਗੱਲ ਵੀ ਬਣਦੀ। 4 ਲੱਖ ਰੁਪਈਆ ਤੋਲਾ ਕੇ ਪਤਾ ਨਹੀਂ ਕੀ ਪੇ ਕਹਿੰਦਾ ਸੀ ਉਹਦੇ, ਉੱਥੇ ਤੁਹਾਡੇ ਕੀ ਕਰੰਸੀ ਚੱਲਦੀ ਹੈ? ਕਰੋਨਰ। अस्सलाम वालेकुम वरहमतुल्लाह। ਵਾਲੇਕੁਮ ਸਲਾਮ। ਹੋ ਗਿਆ ਵੇਲਾ ਮੌਲਵੀ? हो गया वेला हो गया। ਸਭ ਇਹ ਗੱਲ ਜਿਹੜੀ ਮੈਂ ਕਹਿਣ ਲੱਗਿਆ ਹੈ ਵੀ ਐਡੀ ਢੀਠ ਕੌਮ ਅੱਲਾ ਦੀ ਧਰਤੀ ਦੇ ਉੱਤੇ ਪਾਈ ਨਹੀਂ ਜਾਂਦੀ। ਬੈਨਲ ਕਵਾਮੀ ਕਾਫਰ ਨੇ, ਬੈਨਲ ਕਵਾਮੀ ਦੁਨੀਆ ਭਰ ਦੇ ਵਿੱਚ ਜਿੰਨੇ ਇਸਲਾਮੀ ਮਮਾਲਕ ਨੇ, ਸਿਰੇ ਮੂੰਹ ਨਹੀਂ ਆਪਣਾ ਵਹਾਨ ਚੋਗੇ, ਕਹਿੰਦੇ ਨੇ ਸਾਡਾ ਕੀ ਕਰ ਲਿਆ। ਇਹਨੂੰ ਸਾਰੀ ਕਹਿੰਦੇ ਨੇ ਦੁਨੀਆ ਚ ਮੁਤਮਈਨ ਜ਼ਿਲਤ ਬਗੈਰਤ। ਰਸਵਾਈ ਹੋ ਗਈ ਹੈ, ਕਿਤੇ ਮੂੰਹ ਦਿਖਾਣ ਜੋਗੇ ਨਹੀਂ ਰਹੇ ਤੇ ਕਹਿੰਦੇ ਸਾਡਾ ਵੀ ਕੁਝ ਨਹੀਂ ਵਿਗੜਿਆ। ਭਾਈ ਜੀ ਇਹਨੂੰ ਹੀ ਤਾਂ ਕਹਿੰਦੇ ਨੇ ਮੁਤਮਈਨ ਬਗੈਰਤ। ਬੰਦਾ ਬਗੈਰਤ ਹੋਣਾ ਜਾਣਾ ਚਾਹੀਦਾ, ਇੱਜ਼ਤ ਤੇ ਆਣੀ ਜਾਣੀ ਚੀਜ਼। ਬੰਦਾ ਢੀਠ ਹੋਣਾ ਦਿਲ ਦਾ ਚਾਹੀਦਾ, ਇਤਮਾਨਾਨ ਹੋਣਾ ਚਾਹੀਦਾ। ਨਹੀਂ ਬਲਕਿ ਮੈਂ ਜੁਮਲਾ ਸਹੀ ਕਰਨਾ, ਖਲੀਫਾ ਢੀਠ ਹੋਣਾ ਚਾਹੀਦਾ, ਇੱਜ਼ਤ ਤੇ ਜਮਾਤ ਦੀ ਆਣੀ ਜਾਣੀ ਚੀਜ਼। ਬਾਈ ਉਹਨਾਂ ਆਖਿਆ ਅਹਿਮਦੀ ਹੋਣ ਵਾਸਤੇ ਕੀ ਚਾਹੀਦਾ? ਅਹਿਮਦੀ ਹੋਣ ਵਾਸਤੇ ਉਹਨੇ ਕਿਹਾ ਸਿਰਫ ਬਗੈਰਤ ਹੋ ਜਾਓ ਤੇ ਆਪਣੇ ਆਪ ਹੋ ਜਾਓ। ਦਿਓ ਸਾਰੇ ਇਸਲਾਮ ਨੇ ਜੁੱਤੀਆਂ ਮਾਰ ਕੇ ਮਤਲਬ ਇਸਲਾਮ ਚੋਂ ਕੱਢ ਦਿੱਤਾ ਹੈ। ਉਹ ਕਹਿੰਦੇ ਖਲੀਫਾ ਆਫ ਇਸਲਾਮ ਮਿਰਜ਼ਾ ਮਸਰੂਰ, ਯਾਨੀ ਬੇਸ਼ਰਮੀ ਦੀ ਇੰਤਹਾ ਹੈ ਨਾ। ਜੇ ਬਗੈਰਤਾਂ ਨੂੰ ਪੁੱਛੋ ਕਿੱਥੇ ਲਿਖਿਆ ਹੈ ਤੇ ਕਹਿੰਦੇ ਗੂਗਲ ਤੇ ਲਿਖਿਆ ਹੈ 2 ਰੁਪਏ ਟਾਈਮ ਤੇ। ਉੱਥੇ ਵੀ ਤੇ ਲਿਖਿਆ ਕਿ ਤੁਸੀਂ ਕਾਫਰ ਹੋ, ਮਰੋ। ਅੱਧੀਆਂ ਗੱਲਾਂ ਮੰਨਦੇ ਜੀ। ਨਹੀਂ, ਖਲੀਫਾ ਆਫ ਇਸਲਾਮ ਜਦੋਂ ਕਹਿੰਦੇ ਨੇ ਨਾ, ਐਕਚੁਅਲੀ ਇਹ ਆਪਣੀ ਹੀ ਜਿਹੜਾ ਫਲਸਫਾ ਹੈ ਉਹਦੀ ਨਫੀ ਕਰ ਦਿੰਦੇ ਨੇ। ਕਿਉਂਕਿ ਪਹਿਲੇ ਤਾਂ ਇਹ ਕਹਿੰਦੇ ਸੀ ਆਇਤੇ ਇਸਤਖਲਾਫ ਦੇ ਮੁਤਾਬਕ ਮਸੀਹ ਦੇ ਖਲੀਫੇ ਨੇ, ਹੁਣ ਖਲੀਫਾ ਆਫ ਇਸਲਾਮ ਕਿੱਥੋਂ ਆ ਗਿਆ? ਇੱਕ ਨਵੀਂ ਇਸਤਲਾਹ ਆ ਗਈ। ਇਹ ਬੜੀ ਤੁਸੀਂ ਅੱਛੀ ਗੱਲ ਚੁੱਕੀ ਹੈ ਤਾਰਕ ਚੌਹਾਨ ਸਾਹਿਬ। ਇਹ ਜਦੋਂ ਇਹ ਮਾਮਲਾ ਆਇਆ ਸੀ ਨਾ ਗੂਗਲ ਵਾਲਾ, ਅਸੀਂ ਇਹਦੇ ਤੇ ਗੱਲ ਕੀਤੀ ਸੀ ਤੇ ਇਹਨੂੰ ਨਾ
ਇਹਦਾ ਯਾਨੀ ਅਸੀਂ ਮਾਨਵੀ ਲਿਹਾਜ਼ ਨਾਲ ਇਸ ਲਿਹਾਜ਼ ਨਾਲ ਵੀ ਇਹਦਾ ਰੱਦ ਕੀਤਾ ਸੀ ਕਿ ਦੇਖੋ ਇਹ ਜਿਹੜੀ ਟਰਮ ਹੈ ਨਾ ਖਲੀਫਾ, ਹਾਂ ਕਦੀ ਵੀ ਇਸਲਾਮਿਕ ਹਿਸਟਰੀ 'ਚ ਇਸ ਤਰ੍ਹਾਂ ਨਹੀਂ ਯੂਜ਼ ਕੀਤੀ ਗਈ ਕਿ ਖਲੀਫਾ ਆਫ ਇਸਲਾਮ। ਹਾਂ ਬਿਲਕੁਲ। ਖੁਲਫਾਏ ਰਸੂਲ ਆਖਿਆ ਜਾਂਦਾ ਸੀ ਕਿ ਰਸੂਲ ਦੇ ਖਲੀਫੇ ਨੇ, ਪਿੱਛੋਂ ਨਾਇਬ ਨੇ ਉਹਨਾਂ ਦੇ ਪਰਦਾ ਫਰਮਾਨ ਤੋਂ ਬਾਅਦ ਸੱਲੱਲਾਹੁ ਅਲੈਹਿ ਵਸੱਲਮ। ਇਸਲਾਮ ਦਾ ਖਲੀਫਾ ਕੀ ਹੁੰਦਾ ਹੈ? ਆਦਮ ਅਲੈਹਿ ਸਲਾਮ ਨੂੰ ਵੀ ਅੱਲਾ ਨੇ ਆਖਿਆ ਕਿ ਮੈਂ ਇੱਕ ਆਪਣਾ ਨਾਇਬ ਬਣਾਉਣ ਲੱਗਾ, ਇੱਕ ਆਪਣਾ ਖਲੀਫਾ ਬਣਾਉਣ ਲੱਗਾ। ਇਹ ਇਸਲਾਮ ਦਾ ਖਲੀਫਾ ਵਾਲੀ ਗੇਮ ਸਾਡੀ ਸਮਝ 'ਚ ਨਹੀਂ ਆਈ। ਇਸਲਾਮ ਕੋਈ ਮਸਲਨ ਸ਼ਖਸੀਅਤ ਹੈ, ਉਹ ਤੇ ਇੱਕ ਦੀਨ ਹੈ ਨਾ, ਉਹਦਾ ਖਲੀਫਾ ਕਿਸ ਤਰ੍ਹਾਂ ਹੋ ਸਕਦਾ ਹੈ? ਨਹੀਂ, ਇਹ ਸਿਰਫ ਜਹਾਲਤ ਹੈ, ਹੋਰ ਕੁਝ ਨਹੀਂ। ਆਪਣੇ ਆਪ ਨੂੰ ਫੁੰਡਾਉਣਾ ਵਾਸਤੇ ਇਹੋ ਜਿਹੀਆਂ ਗੱਲਾਂ ਕਰ ਦੇਣਾ, ਨਵੇਂ ਖਿਤਾਬ ਕੱਢ ਲੈਣਾ ਜਿਨ੍ਹਾਂ ਦੀ ਕੋਈ ਬੁਨਿਆਦ ਹੀ ਨਹੀਂ ਹੈ ਬਿਲਕੁਲ। ਵੇਖੋ ਜੀ, ਜੰਗਲ ਦੇ ਸ਼ੇਰ ਨੇ, ਹੁਣ ਉਹ ਆਂਡੇ ਦੇਣ ਬੱਚੇ ਦੇਣ ਉਹਨਾਂ ਦੀ ਮਰਜ਼ੀ। ਇੱਕ ਅਸਲ ਬਾਤ ਹੈ ਕਿ ਮਿਰਜ਼ਾ ਤਾਹਿਰ ਨੂੰ ਇਹਨਾਂ ਗੱਲਾਂ ਦੀ ਬੜੀ ਸਮਝ ਸੀ। ਉਹ ਸਾਡੇ ਇੱਕ ਦਫਾ ਸਵੀਡਨ ਆਇਆ ਸੀ ਤੇ ਉਹ ਸ਼ੁਰੂ ਦੀ ਗੱਲ ਹੈ, ਉਸ ਵੇਲੇ ਸਵੀਡਿਸ਼ ਇੱਕ ਬੰਦਾ ਉਹਨੂੰ ਨਾ ਟਰਾਂਸਲੇਟਰ ਸੀ, ਉਹਦੀ ਟਰਾਂਸਲੇਸ਼ਨ ਕਰ ਰਿਹਾ ਸੀ ਤੇ ਉਹਦੇ 'ਚ ਉਹਨੇ ਕਿਹਾ ਤੇ ਖਲੀਫਾ ਆਫ ਅਹਿਮਦੀਅਤ ਹੈ। ਤੇ ਮਿਰਜ਼ਾ ਤਾਹਿਰ ਨੇ ਇਹਦੇ ਤੇ ਬੜੀ ਲੰਬੀ ਤਕਰੀਰ ਕੀਤੀ ਕਿ ਮੈਂ ਖਲੀਫਾ ਆਫ ਅਹਿਮਦੀਅਤ ਨਹੀਂ, ਮੈਂ ਮਸੀਹ ਦਾ ਖਲੀਫਾ ਹਾਂ। ਕਿਉਂਕਿ ਉਹਨੂੰ ਪਤਾ ਸੀ ਕਿ ਕਿਤਨਾ ਖਤਰਨਾਕ ਗੱਲ ਕਰ ਦਿੱਤੀ ਉਹਨੇ, ਕਿਉਂਕਿ ਉਹਨਾਂ ਦੀ ਸਾਰੀ ਫਿਲਾਸਫੀ ਖਤਮ ਹੋ ਜਾਂਦੀ ਨਾ। ਥੋੜਾ ਜਿਹਾ ਅਗਰ ਮਤਲਬ ਅੰਨਿਆਂ ਚੋਂ ਖਾਣਾ ਰਾਜਾ ਕਹੋ ਨਾ, ਤੇ ਥੋੜਾ ਜਿਹਾ ਅਗਰ ਆਖਰੀ ਸਿਆਣਾ ਜਮਾਤ 'ਚ ਥੋੜਾ ਜਿਹਾ ਪਾਇਆ ਗਿਆ ਤਾਂ ਹੈ ਵੈਸੇ ਉਹੀ ਸੀ। ਹਾਂ, ਲੇਕਿਨ ਉਹ ਮਤਲਬ ਉਹਨੂੰ ਐਂਬੀਸ਼ਨਸ ਬਹੁਤ ਸੀ ਆਪਣੇ ਬਾਪ ਵਾਂਗੂ ਬਣਨ ਦੀ, ਉਹਦੇ ਸਿਆਸੀ ਅਜ਼ਾਇਮ ਬਹੁਤ ਸੀ, ਲੇਕਿਨ ਜ਼ਾਹਿਰ ਹੈ ਉਹ 'ਚ ਪੂਰੇ ਕੋਈ ਵੀ ਨਹੀਂ ਹੋਏ। ਲੇਕਿਨ ਉਹ ਇਸ ਚੀਜ਼ 'ਤੇ ਬੜੇ ਖੁਸ਼ ਸੀ ਕਿ ਸਾਨੂੰ ਪਾਕਿਸਤਾਨ ਦੇ ਵਿੱਚ ਮਾਰਿਆ ਗਿਆ, ਸਾਨੂੰ ਦੁੱਖ ਦਿੱਤੇ ਗਏ, ਇਸ ਵਜ੍ਹਾ ਨਾਲ ਸਾਡਾ ਪਹਿਲੇ ਚੰਦਾ ਰੁਪਈਆ 'ਚ ਆਉਂਦਾ ਸੀ, ਹੁਣ ਡਾਲਰਾਂ 'ਚ ਆਉਂਦਾ। ਇਹ ਫਾਇਦਾ ਹੋਇਆ ਉਹਨਾਂ ਨੂੰ। ਹੋਇਆ ਪੰਜਵੇਂ ਨਾਲ ਉਹ ਬਹੁਤ ਵਾਹਵਾ ਸੀ। ਉਹ ਕਮ ਸੇ ਕਮ ਇੱਕ ਉਹਦੇ ਵਿੱਚ ਹੈ ਸੀ ਜੁਰਤ ਇੰਨੀ ਕਿ ਕੋਈ ਮਲੰਗ ਸਵਾਲ ਕਰ ਲੈਂਦਾ ਸੀ ਤੇ ਉਸੇ ਟਾਈਮ ਉਹਨੂੰ ਸਵਾਲ ਦਾ ਜਵਾਬ ਦੇ ਦਿੰਦਾ ਸੀ, ਪੁੱਠਾ ਸਿੱਧਾ ਜਿੱਦਾਂ ਦਾ ਵੀ ਦਿੰਦਾ ਸੀ ਪਰ ਜਵਾਬ ਦੇ ਦਿੰਦਾ ਸੀ। ਉਹ ਕਦੀ ਸਵਾਲ ਤੋਂ ਘਬਰਾਇਆ ਨਹੀਂ ਸੀ। ਇਹ ਤਾਂ ਮਲੰਗ ਜਿਹੜਾ, ਇਹ ਤਾਂ ਬੜਾ ਵੱਡਾ ਮਲੰਗ ਹੈ ਇਹਨਾਂ ਦਾ। ਮਲੰਗ ਪ੍ਰੋ ਮੈਕਸ ਆ, ਇਹਦੇ ਉੱਤੇ ਪਰਚਾ ਦੇ ਕੇ ਲਿਖ ਕੇ ਭੇਜ ਮਲੰਗ ਨੂੰ ਐਸੇ ਲਈ ਬਾਹਰ ਨਹੀਂ ਨਾ ਕੱਢਦੇ, ਹਵਾ ਨਹੀਂ ਲਵਾਉਂਦੇ, ਉਹ ਆਪਣੀ ਭੇਡਾਂ ਅੱਗੇ ਰਖਾ ਲੈਂਦੇ ਨੇ, ਉਹਨੂੰ ਉੱਥੇ ਸਵਾਲ ਜਵਾਬ ਕਰ ਲੈਂਦੇ। ਹਰ ਭੇਡਾਂ ਅੱਗੇ ਵੀ ਕਿਹੜੀ ਗੱਲ ਉਹਨੇ। ਉਹ ਇੱਕ ਬੱਚੇ ਵਾਲੀ ਕਲਿੱਪ ਵੇਖੀ ਤੁਸੀਂ? ਬੱਚਾ ਕਹਿੰਦਾ ਪਿਆਰੇ ਹਜ਼ੂਰ ਅਹਿਮਦੀ ਕਿਉਂ ਹੈ? ਕਹਿੰਦਾ ਕਿਉਂਕਿ ਅਹਿਮਦੀਆਂ ਦੇ ਵਿੱਚ ਪੈਦਾ ਹੋਇਆ, ਹੋਰ ਕਿਤੇ ਹੁੰਦਾ ਤੇ ਕੁਝ ਹੋਰ ਹੋਣਾ। ਉਹ ਸਵਾਲ ਨੇ ਤੇ ਹਜ਼ੂਰ ਦੇ ਥਰਥਲੀ ਪਾ ਦਿੱਤੀ ਸੀ ਵਿਚਾਰੇ ਦੇ। ਹਮ ਅਹਿਮਦੀ ਕਿਉਂ ਹੈ? ਠੀਕ ਹੈ, ਨਹੀਂ ਹੈ ਅੱਗੋਂ ਕੋਈ ਸਵਾਲ ਕਰ ਲੋ ਦੁਨੀਆ ਦਾ, ਪਤਾ ਕੀ ਕਵੇਗਾ? ਹੈ ਉਹ ਗਾਣਾ ਨਹੀਂ, ਉਹ ਜਿਹੜਾ ਲਿਖਿਆ ਇਹਨਾਂ ਨੇ, ਇੱਕ ਉਹ ਰੈਪ ਸਟਾਰ ਫੜਿਆ ਜਿਹੜਾ ਜਿਹਨੇ ਗਾਣਾ ਲਿਖਿਆ, ਉਹ ਵੀ ਤਾਂ ਕਹਿੰਦਾ ਨਾ, ਏ ਮਸਰੂਰ ਆਈ ਜਸਟ ਵਾਨਾ ਟੈਲ ਯੂ ਕੇਮ ਫਰੋਮ ਦਾ ਹੈਵਨ। ਹੈਗਾ ਗਾਣਾ। ਉਹ ਯਾਰ ਤੁਸੀਂ ਇਹ ਨਹੀਂ, ਸਿਕੰਦਰ ਭਾਈ ਡਬਲ ਮੋਬਾਈਲ ਹੈਗਾ ਜੀ? ਉਹ ਸਿਕੰਦਰ ਭਾਈ ਨੂੰ ਕੋ ਮੈਨੂੰ ਭੇਜ ਦੇਣ ਯਾਰ। ਉਹ ਤੁਸੀਂ ਇੱਥੇ ਚੈੱਕ ਬਣਾਵਾਂ ਲੈ ਆਵੇ, ਲੇਕਿਨ ਹਜੇ ਉਹ ਨਿਸ਼ਾਨ ਹੋਣ ਲੱਗਾ ਸੀ, ਮੈਂ ਗੱਡੀ ਚਲਾ ਰਿਹਾ ਤੇ ਐਕਸੀਡੈਂਟ ਹੋਣ ਲੱਗਾ ਸੀ। ਉਹ ਬਾਚੋ ਭਾਈ, ਬਾਚੇ ਨੂੰ ਸਾਈਡ ਤੇ ਰੱਖ ਕੇ ਤੇ ਗੱਡੀ ਚਲਾ ਧਿਆਨ ਨਾਲ। ਉਹ ਮੈਂ ਕੋਸ਼ਿਸ਼ ਕਰਨਾ, ਤੁਹਾਨੂੰ ਮੈਂ ਵਿਖਾਣਾ, ਵਾ ਰੁਕ ਜਾਓ, ਦੂਏ ਮੋਬਾਈਲ ਤੋਂ ਤੁਹਾਨੂੰ ਵਿਖਾਣਾ। ਤਾਰਕ ਸਾਹਿਬ, ਤੁਹਾਡਾ ਹਾਸਾ ਵੱਖੀਆਂ ਨਾ ਟੁੱਟ ਜਾਣ ਤੇ ਗੱਲ ਕਰਿਓ ਕਿ ਜਮਾਤ ਅੱਜ ਕੱਲ ਕਿਹੜੇ ਕੰਜਰ ਖਾਨਿਆਂ 'ਚ ਵੜ ਗਈ। ਖਲੋਵੋ, ਤੁਹਾਨੂੰ ਮੈਂ ਵਿਖਾਣਾ।
جی السلام علیکم. وعلیکم السلام. اسی چیک کریے اسی سب خاموش ہے یا تو بھائی مولویوں میرا پہ نشان ہو گیا ہے, ڈر گئے ہیں یہ سارے. اچھا نہیں میں چیک کر رہا تھا خالی. اور ملک قیصر صاحب کیا حال ہے؟ عامر نذیر صاحب اللہ کا کرم اور و شکر ہے بھائی. باقی حضرات. سب نہیں میں ٹھیک ہے. سلام آپ کر کی رہا تھا خالی. جی میں سن رہا ہوں. میں آپ بالکل میں نے بولا خاموشی ہو گئی, میرا مائک خراب ہو, میرا ہیڈ فون خراب ہو گیا, کیا ہو گیا؟ اچھا نہیں آپ کوئی بات سنائیں. آپ کہاں پر ہیں؟ جی میں فی الحال تو یو ایس میں ہوں, لیکن میں کینیڈا کا ہوں, میں ٹرک چلا رہا ہوں. کینیڈا یہ ہیں اور ٹرک چلاتے چلاتے فی الحال امریکہ میں آئے ہوئے ہیں. جی تو مجھے مطلب میں ٹرک چلاتا ہوں تو الحمدللہ موقع مل جاتا ہے بھائیوں کا یہ براڈ کاسٹ سننے کا, تو پھر اس وجہ سے زیادہ تر ٹرک ڈرائیور اور ٹیکسی ڈرائیور ہی ہیں. جی نہیں مطلب سارے ٹرک ڈرائیور اور ٹیکسی ڈرائیور نہیں ہے, بہت سے دوسرے حضرات ہیں جو ریسرچ کرتے ہیں, ان کا کام ہی یہی ہوتا ہے. جیسے یہ اہیر بھائی ہو گئے, باقی دوسرے بھائی ہیں, مطلب باقاعدہ ریسرچ کر کے کام کرتے ہیں. ہم تو خالی سنتے ہیں, ہمارا کوئی کام نہیں ہے. یہ لوگ تو کام کرتے ہیں ماشاءاللہ. ٹرک والے بھی ریسرچ کر سکتے ہیں, جب رکیں تو ریسرچ کریں بیٹھ کے کھول کے. جی میں بھی ٹرک ہی چلاتا ہوں. اچھا زبردست. تو میرے خیال سے یہ کینیڈا اور یو ایس میں ہی ہوں گے آپ بھی. نہیں یورپ میں ہوں. اچھا یورپ میں, اچھی بات ہے ماشاءاللہ. یار مینوں نا پیچھے جانا پینا ہے, میں ویڈیو لب کے آنا, دوبارہ کال چک لینا. اچھا جب اللہ توفیق دیتا ہے رکتے ہیں, کئی باتیں نئی تلاش کرتے ہیں. جی اس کے لیے صرف آپ کی جستجو اور ارادہ چاہیے. اگر آپ اس میں دلچسپی رکھتے ہیں تو ٹرک ڈرائیور کو تو ٹائم ملتا ہی رہتا ہے, بریک ہوتی ہے, آپ کو پتہ ہی ہے 9 گھنٹے کی ڈرائیونگ ہوتی ہے, اس سے زیادہ آپ کر نہیں سکتے یہاں پر. تو یورپ میں ریسٹرکشن تھوڑی زیادہ ہوتی ہے یہاں سے. یہاں پہ یورپ میں ہر چیز زیادہ ریسٹرکٹ ہے, ہر چیز میں قید زیادہ ہے, بہت زیادہ ہے. نہیں ادھر بھی یوٹیوب میں ماشاءاللہ بہت مواد ہے. اگر بندے کو سیکھنا ہو, کوئی بھی علم حاصل کرنا ہو, تو یوٹیوب میں تو ابھی کوئی بہانہ نہیں رہا ہے, ہر چیز مل جاتی ہے. اگر کوئی بندہ خود دیکھنا چاہے نا تو ہر چیز اس کو سارا دین کے ہر ریفرنس کو وہ خود تلاش کر سکتا ہے. لیکن اصل میں لوگ ہو گئے ہیں زیادہ سول, پنجابی میں ہم بولتے ہیں, یا نرم و نازک کہہ لیں. وہ چاہتے ہیں کہ ہر چیز ہمیں پکی پکائی مل جائے, ہمیں کچھ نہ کرنا پڑے. آنے والے وقت میں جس طرح پہلے کتابیں تو دیکھیں نا صدیوں سے لکھی جاتی رہی ہیں, تفاسیر, احادیث, تاریخ لکھتے رہے ہیں صدیوں سے. لوگ کتابوں میں یہ باتیں لکھتے رہے, لیکن ان کو پڑھنے والے کتنے بندے ہوتے ہیں؟ بہت تھوڑے. بالکل نہیں, یہ اس کام میں بھی مثال کے طور پر ایک اللہ کا شکر ہے کہ ٹائم ہے, ہمارے پاس ٹائم مل جاتا ہے. اگر سننے کا ہو یا مثال کے طور پر سیکھنے کا ہو, مواد بہت ہے اور ٹائم بھی ہے, کیونکہ ٹیبلٹ وغیرہ, کیونکہ آپ اس میں ایسی ڈسٹریکشن نہیں ہوتی ہے کہ خدا نخواستہ کسی خطرے کا باعث بنے, تو ہو جاتا ہے ہر چیز. اصل میں یہ کہنا چاہ رہا تھا کہ جس طرح
पहले इंसान सुस्त और काहिल था ना, फितरतन इंसान आज भी उसी तरह का है। जिस तरह पहले कौम के मेमारों ने किताबें लिख लिख के लोगों की इस्लाह की कोशिश की, कौम की तामीर में एक रोल प्ले करने की कोशिश की, लेकिन सुस्त और काहिल इंसान ने किताब को कभी नहीं खोला। उसके अपने मामलात होते हैं, कोई ज़रूरतें भी ऐसी इंसान के साथ जुड़ी हुई होती हैं। इसी तरह से अब ये जो सोशल मीडिया आ गया है ना, जिस तरह आप बता रहे हैं, यूट्यूब है, टिकटॉक है और इस तरह के सॉफ्टवेयर हैं, वहाँ पर आप किताब खोलने के लिए, पढ़ने के लिए जितना तरद्दुद करना पड़ता था उससे भी कम करना पड़ता है। किताब खोल के पढ़ने के लिए आपको मुकम्मल तौर पर यकसुई से नज़र लगा के, दिमाग अपना फिक्स करके कोई चीज़ स्टडी करनी पड़ती है। यहाँ पर आप ट्रक चला रहे हैं, टैक्सी चला रहे हैं, माइक से, उससे लाउड स्पीकर से आवाज़ आ रही है और आपके इल्म में इजाफा कर रही है। जी अपना फारूक भाई, आप माइक ओपन करके सुना लें जो आप सुनाना चाह रहे हैं, आवाज़ नहीं आ रही थी। जी जी बिल्कुल, आपके नुक्ते बहुत अच्छे थे माशाल्लाह। जिन लोगों ने मक्का से मदीना हिजरत नहीं की, फ़र्ज़ थी ना वो, तो हिजरत हबशा फ़र्ज़ नहीं थी, लेकिन हिजरत मदीना फ़र्ज़ थी। जिन लोगों ने मदीना की हिजरत नहीं की और अपनी ज़रूरियात, अपनी मजबूरियों को उन्होंने मद्देनज़र रखते हुए हिजरत नहीं की कि घर कैसे छोड़ें, बीवी बच्चों को कैसे छोड़ें, रिश्तेदारों को, बरादरी को यहाँ छोड़ के नई जगह पर शिफ्ट कैसे हों, चलें यहाँ दीन जिस तरह का है कुछ करते रहेंगे, लेकिन गलत माशरे में रहकर वो भी बिदात करने लगे। जब मक्का फतह हुआ ना, तो अल्लाह के नबी ने उनसे पूछा कि भाई ये इस तरह से क्यों आप लोगों ने किया, दीन में आपने ये चीज़ें क्यों पैदा कर दी और इसका उनके बारे में कुरान करीम में आयात अल्लाह ताला ने नाज़िल की हैं कि जो ये उज़र पेश करते हैं, क्या इनसे पूछो कि अल्लाह की ज़मीन वसी नहीं थी? अगर ये यहाँ मजबूर थे तो अल्लाह की ज़मीन वसी थी, ये यहाँ से निकल जाते, हिजरत कर जाते। तो ये उज़र वहाँ नहीं चलेगा। ऐसे ही बिल्कुल जो लोग पहले कोई उज़र पेश करते थे ना, कहते थे कि भाई मज़दूर आदमी हैं, सारा दिन मज़दूरी करते हैं, शाम को थक के आते हैं, 600 सफ़े की किताब है वो खोल के कैसे पढ़ें, टाइम नहीं होता, थके हुए घर आते हैं, किताब खोलते हैं, नींद आ जाती है, सो जाते हैं, सुबह फिर मज़दूरी पे निकलते हैं। अब उनके सामने जब ये चीज़ आ गई, सोशल मीडिया, तो मेरा नहीं ख्याल कि इसके बाद उनके पास कोई उज़्र लंग पेश करने के लिए होगा कल क़यामत के दिन अल्लाह रब्बुल इज़्ज़त के सामने कि हम मजदूर थे, मजबूर थे, थके हारे आते थे, टाइम नहीं होता था। अब तो अल्लाह ताला उनसे कहेगा ना, तुम थके हारे आते थे, तुमने कानों में सिर्फ टूटियां लगा के सुनना था, जिस मोबाइल से तुम यूट्यूब के गाने सुनते थे, सिद्धू मूसेवाला के, लता मंगेशकर के, मोहम्मद रफ़ी, किशोर कुमार के, उसी यूट्यूब से तुमने
मेरा पैगाम क्यों नहीं सुन लिया? कौन सी चीज रास्ते में तुम्हारे माने थी? तो मैं ये समझता हूँ कि हमारे गांव में एक हकीम साहब थे, तो वैसे वो आलिम थे बड़े, जुमा वगैरह भी पढ़ाते जब हम छोटे थे। एक दिन मुझे कहने लगे कि आज मैंने एक हदीस पढ़ी है और बड़ा मैं रोया हूं पढ़ के। मैंने पूछा कि कौन सी हदीस पढ़ी है? कहते हैं कि हदीस से नबवी मैंने पढ़ी है जिसमें लिखा हुआ था कि जो लोग 40 साल से ज्यादा उम्र पाएंगे ना, उनका अलहदा हिसाब होगा। उनका खास, जिस तरह इंटेरोगेशन होती है ना, सख्त इंटेरोगेशन होगी उनकी, क्योंकि अल्लाह रब्बुल इज़्ज़त कहेंगे भाई चलो बच्चे थे, खेलने की उम्र थी, जवान हुए, जवानी ने जज्बात का गलबा था तो आप नहीं करने दिया उसको। यार 40 साल के बाद आपको कोई उम्मीद थी? किस चीज की उम्मीद ने तुम्हें मेरे पैगाम से रोक के रखा? तो वो कहते हैं मैं रोता रहा हूं कि इससे बेहतर था हम 40 साल के पहले ही मर जाते। मेरा कहने का मतलब ये है कि अगर पिछले दौर के लोगों को आज के दौर के लोगों से कंपेयर करें ना आप, तो आज के लोगों का ज्यादा कड़ा इम्तिहान और ज्यादा सख्त सवाल इनसे होंगे क़यामत के दिन। मिर्ज़ाई तो इस हद तक अपने आप से झूठ बोलते हैं। वैसे तो इकबाल ने हमें कहा था कि पता नहीं नाम क्या है इसका, खुदा फरेबी के खुद फरेबी, अमल से फारिग हुआ मुसलमान बना के तकदीर का बहाना। वैसे तो हम मुसलमान वो मैं क्या बात कर रहा था, बच्चों के शोर ने आवाज ही बात गुम कर दिया। इकबाल का शेर कंटिन्यू कर, आप इकबाल का शेर पढ़ रहे थे। मैं ये कह रहा था कि वैसे तो इकबाल का शेर हमारे लिए है, मुसलमानों के लिए, लेकिन मिर्जाइयों को मैंने देखा है कि उन्होंने मुसलमानों का भी रिकॉर्ड तोड़ दिया है। मैंने खुद मिर्जाइयों के मुंह से ये बात सुनी है कि अगर मिर्जा साहब झूठे हैं तो हम तो उनके पीछे चल रहे हैं, खुदा उनसे पूछेगा, हमसे नहीं पूछेगा। अब देखो, इससे बड़ा अपने अपने साथ झूठ बोलने वाला कोई आपको सबूत चाहिए? कितना बड़ा झूठ अपने साथ बोल रहे हैं और कह रहे हैं कि अगर मिर्जा साहब ने झूठा दावा किया तो मिर्जा साहब को पकड़ा जाएगा, हमें नहीं पकड़ा जाएगा। बेशर्मो, वो तुम्हें अल्लाह नहीं पूछेगा कि जब सारी चीजें तुम्हारे सामने खोल खोल कर बयान होती रही, कौन सी चीज थी जिसने तुम्हें रोके रखा है सच कबूल करने से? तुम्हारी आंखों के सामने खोल खोल के, इंटरनेट के जरिए, यूट्यूब के जरिए, कंप्यूटरों के जरिए, मोबाइलों के जरिए तुम्हारे मुंह के आगे रखे जाते रहे हकायक, तुमने उनको झुटलाया है। जो पिछले जमाने के लोग थे ना, उनके पास कुछ ना कुछ एक्सक्यूज होगा। तो भाई हमारे पास वक्त नहीं था, पेट की मजबूरी, बच्चों की मजदूरी, मजबूरी, हमारे पास वक्त नहीं, या अल्लाह बचा, हमने तेरे दीन की तरफ वो टाइम हम दे नहीं सके। आज के दौर का बंदा, 2024 का बंदा, बिल्कुल उसके हाथ में कोई दलील नहीं होगी। अगर वो सही रास्ते को देखकर इख्तियार नहीं करता तो इसके पास कोई दलील नहीं होगी, क्योंकि सारा दीन तो उसके फिंगर टिप्स पे पड़ा हुआ है। एक उंगली की जो 2 पोटे होते हैं ना, वो मारे ना, इस्लाम 360 खुल जाता है। इस्लाम 360 में हदीसों का कुतब पड़ी हुई हैं, कुरान पड़ा हुआ है, तर्जमे तफासीर पड़े हुए हैं, क्या नहीं मिलता आपको?
फिर यूट्यूब पर जिस तरह मैं कह रहा था, आप ट्रक चला रहे हैं, टैक्सी चला रहे हैं, मेहनत मजदूरी कर रहे हैं, मोबाइल जेब में डाल के हेडफोन लगा के मशीन पे काम करते रहें, आपके कानों में वो नई नई बातें आ रही हैं, आपके इल्म में इजाफा हो रहा है। तो कोई इंसान के पास दलील होगी नहीं कि वो कहेगा कि भाई मेरे पास टाइम नहीं था और मैंने नहीं गौर नहीं किया। और जो ये कहता है कि हम एक झूठे मुद्दई नबूवत के पैरोकार थे, तो वो जाने खुदा जाने, हम तो उसको मानते। इससे बड़ा खुद फरेब कोई मुसलमान भी नहीं हो सकता, जो अपने साथ इतना बड़ा झूठ बोल रहा है और कहता है कि अगर झूठ बोला है तो मिर्जा साहब ने बोला वो पकड़े जाएंगे, हमें क्या। इससे बड़ी जहालत भी कोई हो सकती है। बाकी सारे काम ये खुद अपनी अक्ल से करता है। इसको कहो गाड़ी खरीदनी है, जाके उसका चेसिस नंबर चेक करेगा, डॉक्यूमेंट चेक करेगा, उसका वो पूरा टोकन चेक करेगा, उसके नीचे लेट के उसके इंजन की और उसकी जो वो जो है होती हैं वो चेक करेगा कि इसमें कोई गड़बड़ तो नहीं है। गाड़ी लेनी हो, भैंस लेनी हो, गाय खरीदनी हो, मकान खरीदना हो, जाके जमा तफरीक कैलकुलेटर लेके करेगा। बैंक मुझे कितना पैसा देगा, इसमें कितना सूद होगा, कितने किस्तें होंगी, कितने, सारा काम खुद करता है। आखिरत की फिक्र वो कहता है वो खुद करेगा ना। मिर्जा कादियानी ने झूठा दावा किया तो वो जाने खुदा जाने, हमें क्या परवाह। क्या ये जवाब दे लेंगे खुदा को कि बाकी काम सारे मैं करता हूं अपनी अक्ल से, उसमें मैं गलती नहीं करने देता, अपने आप को गलती नहीं लगने देता। आखिरत का मामला मैंने अल्लाह पे छोड़ा हुआ है या उस पे छोड़ा हुआ है जिसके पीछे चल रहे हैं। अगर गलत है तो वो गलत है, तो इसको अल्लाह माफ कर देगा। उठा के जहन्नम में फेंकवाएगा ऐसे लोगों को कि इनको धक्का दे के जहन्नम में फेंको। ये अपने साथ झूठ बोल बोल कर रहे हैं, पता होने के बावजूद, सारा कुछ देखने के बावजूद। अल्लाह इनको हिदायत। अस्सलाम वालेकुम जी। आमीन आमीन। जी बिल्कुल। आमिर नज़ीर भाई क्वेश्चन है जी एक, बड़ी आवाज अशनी ने, बड़ी बेहतरीन अशनी है जी। कोयल तो आए शहजादियों, अर्ज ये है पानी पियो। सूखे बादाम खाओ तो गले च फस जाने। ये तो मौसम ही नहीं आया सुके बादाम खान दा। तो अक्तूबर च शुरू कर दिते ने। कि उन पर पहली वही ऐसे नाजिल हुई, ये नाजिल हुई, दूसरी वही ये नाजिल हुई, आखिरी वही ये नाजिल। कहाँ जिक्र है? कहीं है ही? कौन जवाब दे इसको? मैं बता दूंगा इंशाल्लाह। अगर
آپ کو اس کا جواب کسی کو آتا ہے ٹھیک ہے، نہیں تو پھر بتائیے بتائیے. اچھا انشاءاللہ میں بتاؤں گا. میں ادھر ہی بیٹھتا ہوں، آپ کسی سے گفتگو کریں، میں بتاؤں گا. میں تھوڑا بیزی ہوں. میں سوچا شاید آپ عالمی لوگ ہیں سارے، ادھر بڑے علم والے بیٹھے ہیں، تو لازمی آپ کو پتہ ہوگا. نہیں، تو یقینی طور پر ہم آپ سے کم علم ہیں. نہیں ماشاءاللہ آپ کا علم بڑا زیادہ نام ہے. ہوگا جبھی آپ میں تو ابھی کچھ دنوں سے ہی آیا ہوں ٹک ٹاک پہ، تو وہ جو پہلی وہی ہے، میں اتنا بتا دیتا ہوں. اس جو دنیا میں سب سے پہلی وہی اتری نا، اس میں بھی ہمارے آقا علیہ الصلوۃ والسلام کا ذکر ہے. اس میں بھی نبی رحمت صلی اللہ علیہ وسلم. اور جو دنیا میں سب سے پہلی اذان دی گئی اس کا بھی ذکر ہے. سب سے پہلی جو اذان دنیا میں، اس دنیا کو جب اللہ تعالیٰ نے قائم کیا، سب سے پہلی اذان سیدنا حضرت جبرائیل علیہ السلام نے آ کر دی. تو میں پوری تفصیل سے بتاؤں گا انشاءاللہ. آپ جتنی چاہے تفصیل بتائیں، ہم تن گوش ہو کر سنیں گے. لیکن یہ ذہن میں رکھیے گا کہ یہاں پر ریفرنس کے بغیر بات کرنے والے کی گرفت ہو جاتی ہے، پکڑ لیتے ہیں، پوچھ لیتے ہیں لوگ. یہ ہمارا ٹرو مسلم ہی دیکھنا، سرخ رنگ کی ڈی پی بنائی ہوئی ہے، نام بھی ٹرو مسلم لکھا ہوا ہے. تو یہ جانے نہیں دے گا، آپ کو روک لے گا اور کہے گا کہ یہ بات جو آپ بیان کر رہے ہیں اس کی دلیل کیا ہے، اس کی سند کیا ہے. نہیں ہر چیز یہ میں آپ کو بتاتا ہوں. عامر بھائی، میں نے آپ سے آگے بھی ایک بار گفتگو ہوئی تھی، آپ کے براڈ پہ میں آیا تھا، شاید آپ کو یاد ہے یا نہیں. تو آپ سے گفتگو ہوئی تھی بہت اچھے طریقے سے. جانے نہ جانے دینے کا یہ کوئی کسی کا یہاں کوئی ملازم نہیں ہے کہ کوئی جانے نہیں دے گا. تو انشاءاللہ قرآن اور حدیث کی روشنی میں بات ہوگی. جانے نہ دینے کا مطلب عمر بھائی صرف اتنا ہی ہوتا ہے کہ اخلاقی طور پر بندہ کسی کو باؤنڈ کرتا ہے کہ بھائی اس بات کو آپ نے کیا ہے تو اس کو میں نے سوال کیا تھا، آپ نے بولا ہے کہ اس سے زیادہ مشکل سوال مشکل ہو آسان ہو، جو علم والا لوگ ہوتے ہیں ان کا کام ہے اس کا جواب دینا. یہ کوئی مشکل اتنا جو ہے نا، میں نے سوال کیا ہی نہیں ہے. ایزی سوال تھا، چاہے مشکل بھی ہو، لیکن سوال تو سوال ہے نا. آپ کا کام ہے اس کا جواب دینا. نہیں، ہم ان کے ماننے والے ہیں. کہانی کیا نہ سناؤں کہانی، یہ نیچے ٹیپ نہ کریں، بیٹھ کر ادھر اوپر بات کریں. جس نے نیچے میسج کرنے کی کوئی ضرورت نہیں ہے بھائی. اچھا جی عامر بھائی. امام مالک رحمہ اللہ کے پاس افریقہ کے دور دراز علاقے سے ایک وفد آیا علماء کا، کوئی مسئلہ پوچھنے، کوئی فتویٰ لینے. انہوں نے آ کے کہا امام صاحب اس بات کے بارے میں ہمیں بتائیں. امام صاحب نے کہا مجھے نہیں پتا، میرے علم میں یہ بات نہیں ہے. تو وہ علماء کہنے لگے کہ آپ اتنے بڑے امام ہو کے آپ اس طرح کی بات کر رہے ہیں. امام صاحب نے کہا بھائی کل قیامت کے دن اللہ کے سامنے رسوا ہونے کے بجائے آج یہ کہہ دینا بہتر ہے کہ میرے علم میں یہ بات نہیں ہے. میں اپنے پاس سے جوڑ کر کہانی سنا دوں آپ کو، کہانی شریف، یا گپ بے سند بے بنیاد آپ کو پیش کر دوں کہ یہ پہلی اذان تھی، یہ پہلی وحی تھی. آپ مجھ سے پوچھیں کہ یہ کہاں لکھی ہوئی ہے بات، ہاں جی دلیل میرے پاس ہو نا. دلیل جی. تو آج تو خیر دنیا بھی بندے کو نہیں جانے دیتی، لیکن اس زمانے کی میں نے بات کی ہے کہ جب امام مالک رحمہ اللہ سے انہوں نے پوچھا تو انہوں نے کہا بھائی مجھے نہیں جس بات کا پتہ میں نے کہہ دیا نہیں پتہ. غلط جواب دینے کی بجائے لا علمی کا اظہار کر دینا یہ درست جواب ہوتا ہے. نہیں آپ نے یہ نہیں، آپ نے پہلے تو بولا ہے کہ یہ کیا نام ہے اس کا،
کہ اس سے بھی آپ مشکل سوال کر دیتے، تو اس کے بعد آپ نے یہ بات کی. چلو ٹھیک ہے. چلو یہ عامر صاحب، آپ اس بات کو تو یہ تو آپ کو پتہ ہوگا. چلو یہ بتا دیں کہ حضرت آدم علیہ السلام جو تھے ان کو کس ایریے میں اتارا گیا تھا، کون سی جگہ تھی؟ میں نے عرض کیا نا، یہ ساری باتیں جو آپ پوچھ رہے ہیں نا، اچھا یہ وہی باتیں ہیں جس طرح کی میں نے آپ کے سامنے مثال رکھی ہے کہ آدم علیہ السلام کا اور اما حوا کا نکاح کس نے پڑھایا تھا. یہ اسی طرح کے سوال ہیں، لیکن بہرحال آپ کے پاس ان کے جواب ہوں گے. ہم مشتاق ہیں ان سوالوں کے جواب سننے، آپ سے سننے کے لیے. صرف یہ ہے، بس اتنی التجا ہے، تم اسے گجرات مت کرنا. وہ کہتے ہیں نا منور رانا صاحب، بس اتنی التجا ہے تم اسے گجرات مت کرنا، تمہیں اس ملک کا حاکم میں جیتے جی بناتا ہوں. تو آپ کو بھی میں جیتے جی اس براڈ کا مالک بناتا ہوں. اتنی التجا ہے کہ اس کو گجرات نہ کرنا، گجرات کی طرح نہ کرنا. دلیل سے بات کیجئے گا، سند اور ریفرنس کے ساتھ کوئی بات کیجئے گا. اگر آپ اس طرح کی بغیر سند کے کوئی جس طرح وہ نیچے لکھ رہا تھا کہانی سنائیں گے، تو یہ بندے جو بیٹھے ہوئے نا، یہ آپ کو جانے نہیں دیں گے. مطلب آپ پر طنز کریں گے اور آپ کو پھر شرمندہ کریں گے کہ بھئی آپ نے یہ جو بات خامخواہ سے کہہ دیا کہ میرے پاس اس بات کا جواب ہے، جب یہ جواب نہیں ہے. اچھا وہ ابھی خود انہوں نے پہلے بولا ہے کہ نہیں ہے، ابھی لکھ دیا انہوں نے کہ سری لنکا میں. ہاں، اس وقت اس کو ہند بولا جاتا تھا. اب جو موجودہ مقام ہے سری لنکا کا، یا آدم بالہند، کہ وہ ہند کے علاقے میں ان کو اتارا گیا. تو یہ خود کہاں لکھا ہو یا آدم بالہند؟ یہ قرآن کی آیت ہے؟ عمر بھائی نہیں، لنکا کا مجھے بھی پتا ہے کہ بعض تفاسیر وغیرہ میں اس طرح کی بات لکھی ہوئی ہے، لیکن اس کی دلیل کیا ہے، سورس کیا ہے، سند کیا ہے، ریفرنس کیا ہے، کس نے یہ بات کہی ہے؟ اس کا جواب صفر ہے. عمر صاحب آپ کے جواب کے منتظر ہیں ہمارے وکیل صاحب نیچے. وہ کہہ رہے ہیں کہ ابھی عمر بھائی نے حوالہ دے کے چپ کرا دینا ہم سب کو. نہیں، آپ کو کیا چپ کرا دینا ہے؟ میری بات سنیں آپ. پہلی تو بات ہے، میرا کوئی سوال نہیں تھا، میں ویسے آیا تھا، چلو بات ہو رہی تھی ادھر، تو میں نے سوچا آپ سے پتہ کر لو دو چار باتیں. تو لیکن آپ نے ایک بات کا بھی مجھے جواب نہیں دیا. ہمارے پاس ہے ہی نہیں تو کیسے دیں جواب؟ نہیں، آپ کے پاس، آپ کو پتہ ہونا چاہیے نا. آپ ادھر یہ بندہ ہمارے پاس ایک علم اعلیٰ آیا، میں اس کو اوپر بلاتا ہوں. سیال جنگ صاحب اتنے آنا ذرا. نہیں یہ عالم بندہ یہ کوئی ہو سکتا ہے جواب دے لے ہیں؟ آپ بات کریں، ان کو رہنے دیں، وہ کیا کریں گے. نہیں، میرے پاس تو جواب ہے ہی نہیں، میں تو کہہ رہا ہوں مجھے نہیں پتا. سیال صاحب سوال کر رہے نے عمر بھائی کہ آدم علیہ السلام تے پہلی وحی کیڑی نازل ہوئی سی، اذان پہلی کنے دتی سی، اس طرح دے سوال نے. آدم علیہ السلام دا تے اما حوا دا نکاح کنے پڑھایا سی؟ تے میرے کول جواب نہیں ہے نا سوالاں دے، تے میں ہن کولوں کڈ کے دے دواں؟ تہاڈے کول ہون گے تسی عالم دے دینا ذرا تسی عمر بھائی نے سوالاں دے جواب. پہلے ਤਾਂ ਬਿਆਮਨ ਨਜ਼ੀਰ ਸਾਹਿਬ ਜਿਹੜਾ ਬੰਦਾ ਸਵਾਲ ਕਰਦਾ ਉਸ ਕੋਲ ਜਵਾਬ ਹੁੰਦਾ ਤਾਂ ਕਰਦਾ ਹੈ ਅਕਸਰ. ਜਿਸ ਇਸ ਤਰ੍ਹਾਂ ਦਾ ਜਿਹੜਾ ਬੰਦਾ ਆ ਕੇ ਸਵਾਲ ਕਰਦਾ ਨਾ, ਇਸ ਤਰ੍ਹਾਂ ਦੇ ਖਾਸ ਆ ਕੇ ਮਖਸੂਸ, ਹਾਂ ਹਾਂ ਉਹ ਕਹਿ ਰਹੇ ਨੇ ਮੇਰੇ ਕੋਲ ਹੈ ਜਵਾਬ. ਹਾਂਜੀ ਉਸ ਕੋਲ ਹੁੰਦਾ ਹੈ. ਤੇ ਇਸ ਵਾਸਤੇ ਅਸਾਂ ਤਾਂ ਚਾਹਾਂਗੇ ਕਿ ਸਾਡੇ ਇਲਾਕੇ 'ਚ, ਮੈਂ ਤਾਂ ਦੇਖੋ ਹੁਣ ਰੁਕ ਕੇ ਜਦੋਂ ਤੁਸੀਂ ਗੱਲ ਕਰ ਰਹੇ ਸੀ, ਯਕੀਨ ਕਰ ਲਓ ਸਾਨੂੰ ਆਪ ਇਹ ਖਵਾਇਸ਼ ਹੋਈ ਵੀ ਸਾਡੇ ਇਲਾਕੇ 'ਚ ਇਜ਼ਾਫਾ ਹੋਵੇ. ਇਸ ਤਰ੍ਹਾਂ ਦੇ ਦੋਸਤ ਅਗਰ ਆਏ ਨੇ ਤਾਂ ਆਪ ਸੁਣਨ ਨੂੰ ਹੁਣ
ਦੱਸਣ ਬੜੀ ਮਿਹਰਬਾਨੀ ਹੈ। ਹੁਣ ਤੁਸੀਂ ਪੁੱਛਿਆ ਨਾ, ਉਹਨੇ ਇੱਕ ਅਰਬੀ ਦੇ ਲਫ਼ਜ਼ ਇਸਤੇਮਾਲ ਕੀਤੇ ਸੀ ਕਿ या आदम अल हिंद कोई लफज इस्तेमाल किया, यानी अरबी का कोई कुरान की आयत सी हदीस से। हाँ जी, तो कुरान की आयत है हदीस से ज़रा वो तुम पूछ रहा सी, तो मैंने तो बड़ी आप ख्वाहिश हुई है भाई, तो 10 दिन तो बड़ी मेहरबानी। जी भाई अमर साहब वो खामोश हो गए ने, उन्होंने बुलाओ, क्योंकि सुने किस्से तो असां भी बड़े ने भाई। यह तो सुने भी हिंदुस्तान दे लत्थे, श्रीलंका ही लत्थे, इधर गए, लेकिन सवाल तो वही है भाई, सोर्स की है, मिसाल है भाई या हजरत ऐसा हवाला देंगे रेस्पॉन्स में गल अस्सलामुअलैकुम अमर भाई। वालेकुम सलाम। ਇਹਦਾ ਮਤਲਬ ਇਹ ਅਮਰ ਭਾਈ, ਮੈਂ ਵੀ ਤੁਹਾਡੀ ਗੱਲ ਉਦੋਂ ਨਹੀਂ ਸੁਣ ਰਿਹਾ ਥੱਲੇ ਬਹਿ ਕੇ, ਮੈਂ ਤਾਂ ਖੁਦ ਤੁਹਾਨੂੰ ਪਤਾ ਵਾ ਹੈਰਾਨ ਹੋ ਗਿਆ। ਇਹਦਾ ਮਤਲਬ ਆ ਵੀ ਫਿਰ ਇੰਜੀਨੀਅਰ 100% ਗਲਤ ਨਹੀਂ ਹੈਗਾ। 100% ਨਹੀਂ ਉਹ ਗਲਤ ਹੈਗਾ, ਕੁਝ ਨਾ ਕੁਝ ਤੇ 1-2% ਤੇ ਗੱਲ ਠੀਕ ਕਰਦਾ ਹੀ ਹੋਵੇਗਾ। ਯਾਨੀ ਹੁਣ ਹਾਲਾਂਕਿ ਭਾਈ ਨੇ ਜਿਸ ਤਰ੍ਹਾਂ ਆ ਕੇ ਗੱਲ ਕੀਤੀ, ਮੈਂ ਉਹਨਾਂ ਨੇ ਮਤਲਬ ਅੱਛੇ ਬੜੇ ਕੌਨਫੀਡੈਂਟ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਹੈ, ਤੇ ਮੈਂ ਹੈਰਾਨ ਰਹਿ ਗਿਆ। ਤੇ ਪਹਿਲਾ ਬੰਦਾ ਵੇਖਿਆ ਜਿਹਨੇ ਅਮਰ ਨਜ਼ੀਰ ਸਾਹਿਬ ਨੂੰ ਵੀ ਲਾਜਵਾਬ ਕਰ ਦਿੱਤਾ। ਤੇ ਅਮਰ ਨਜ਼ੀਰ ਸਾਹਿਬ ਅਸੀਂ ਤੇ ਬੋਲਦੇ ਹੀ ਹਥਿਆਰ ਸੱਟ ਸੜੇ ਨੇ ਸਰ। ਤੇ ਮੁੜ ਕੇ ਜਿਹੜੀ ਉਹਨਾਂ ਨੇ ਮਿਸਾਲ ਦਿੱਤੀ, ਉਹ ਸਪੈਸ਼ਲੀ ਜਿਹੜਾ ਉਹਨਾਂ ਨੇ ਕੰਮ ਕੀਤਾ ਯਾਦ ਬਿਲਕੁਲ, ਯਾਨੀ ਮੈਨੂੰ ਮੈਨੂੰ ਜਿਹੜੇ ਇਮਾਮ ਮੁਸਲਿਮ ਨੇ ਮੁਸਲਿਮ ਦਾ ਮੁਕੱਦਮਾ ਲਿਖਿਆ ਨਾ, ਉਹਦੇ ਸ਼ੁਰੂ ਜਿਹੜੀਆਂ ਹਦੀਸਾਂ ਉਹਨਾਂ ਨੇ ਕੋਟ ਕੀਤੀਆਂ, ਉਹਦੇ ਵਿੱਚ ਜਿਹੜੀ ਇੱਕ ਹਦੀਸ ਹੈ ਕਿ ਅਕਸਰ ਐਸਾ ਹੋता है कि शैतान आकर तुम्हारे सामने कोई बात कर देता है। वो ਜਿਹੜੀ ਹਦੀਸ ਸ਼ੁਰੂ ਹੋਈ ਤਕਰੀਬਨ ਅਬੂ ਹੁਰੈਰਾ ਨੇ ਆਲਮ ਰਵਾਇਤ ਕੀਤੀ, ਤੇ ਬਾਅਦ ਜਦੋਂ ਉਹਦਾ ਜਾਂਚ ਪੜਤਾਲ ਹੁੰਦੀ ਪਤਾ ਲੱਗਦਾ ਕਿ ਉਹ ਸ਼ੈਤਾਨ ਨੇ ਗੱਲ ਕੀਤੀ, ਉਹ ਇਨਸਾਨ ਦੀ ਗੱਲ ਜਾਂ ਕਿਸੇ ਬੰਦੇ ਦੀ ਕੋਈ ਅਥੈਂਟਿਕ ਗੱਲ ਨਹੀਂ ਹੁੰਦੀ। ਲਿਹਾਜ਼ਾ ਇਹ ਭਾਈ ਸਾਹਿਬ ਨੂੰ ਵੀ ਮੈਂ ਠੀਕ ਉਹਨਾਂ ਕੋਲ ਇਲਮ ਹੋਏਗਾ, ਲੇਕਿਨ ਮੈਂ ਇੰਨਾ ਕਹਾਂਗਾ ਕਿ ਮੇਰੇ ਵੀ ਬਗੈਰ ਗਾਲਬਨ ਇਮਾਮ ਸਾਹਬ ਨੇ ਆਖਿਆ ਸੀਗਾ, ਇਹਨਾਂ ਨੇ ਆਖਿਆ ਕਿ ਦੀਨ ਜਿਹੜਾ ਨਾ ਅਗਰ ਸਨਦ ਨਹੀਂ तो फिर दीन नहीं। अब्दुल्ला बिन मुबारक, अब्दुल्ला बिन मुबारक हमारा भी एक सवाल ले लेती है। अस्सलाम वालेकुम, हमारा सवाल लेती है भाई। अभी ना बोले, अभी नहीं लेती, अभी जो लिया हुआ है पहले उसका कोई किसी पास से लग लेने दें। ये जो भाई बात करती है, इसको आप कहती है कि ये पैदा किस तरह से हुए, उसका प्रूफ लिया कर दे हमें। इसलिए कह रहा हूँ ना कि पहले जो लेती है ना वही उसी का फैसला होने दें। अभी आप अपना अपने पास ही लेके रखे सवाल। अब्दुल्ला बिन मुबारक ने उन्होंने आख्या कि भी सनद तो बगैर जी। लिहाजा साडे दे विच मुसलमानां दे विच अल्हम्दुलिल्लाह यानी दीन का ऐसी हिफाजत है, जुम्मा तो अल्लाह ताला दा ही है, लेकिन अल्लाह ताला ने मुसलमानों को इस तरह की हिफाजत कराई है, एक जांच पड़ताल सख्त तरीन है हदीसां दी, रिवायतां दी। और जो कुरान इकट्ठा करने की वारी आई है, तो उदों भी जो एक आयत रह गई सी या एक कोई सूरत रहिंदी सी, आयत रहिंदी सी, वो भी एक मौजज़ा ज़ाहिर होया कि आखिरी सहाबी जिन्हां कोल कई सी है एक सीगी। मेरे ख्याल हज़रत हुज़ैफा ने कहा कि मैं 2 तो घट जिन्हें तक 2 सहाबियों तो घट को नहीं होएगा मैं नहीं लिखांगा, ठीक है। तो वो सहाबी का भी मौजज़ा ज़ाहिर होया कि उन्होंने एक जगह पर रसूलुल्लाह की गवाही दी सी, और रसूलुल्लाह ने उस दिन तो बाद कहा कि मेरे सहाबी की गवाही 2 के बराबर होएगी। वैसे इस्लाम में 2 मर्दां की गवाही जरूरी होंदी है, उत्थे एक दी। मतलब हर चीज़ बगैर तहकीक तो, बगैर गवाही तो, बगैर सनद तो दीन किसी चीज़ को कबूल नहीं करता। लेकिन साडे मुसलमान इंडिया और पाकिस्तान दे माशाअल्लाह ऐसे ने कि जो चीज़ किसी को सुन ली, थोड़ी जी उन्हें रोक दे नाल या थोड़ी जी उच्ची आवाज़ नाल उन्हें गल करती, फिर मान लिया कि दीन है। हज़रत
अदी बिन हातिम रजी अल्लाह ताला अन्हु रसूलुल्लाह को गए ना कि या रसूलुल्लाह कुरान ये फलां है तो मैनू इसकी समझ नहीं लग रही, समझा दियो। यानी मैनू पता नहीं लग रहा, मुझे समझाओ ये बारे रसूलुल्लाह ने क्या पढ़ो वो बच्चिया कि या रसूलुल्लाह कुरान च लिखिया है कि ईसाइयां ने इन्होंने अपने पादरियां नू अपने मुल्लां नू खुदा बना लिया सी। या रसूलुल्लाह अहबारहुम व रहबानहुम अरबाबम मिन दुनिल्लाह जी ਅਸੀਂ ਤੇ ਯਾ ਰਸੂਲullah ਕਦੀ ਇਹਨਾਂ ਨੂੰ ਖੁਦਾ ਨਹੀਂ ਮੰਨਿਆ। ਅੱਲਾਹ ਦੇ ਨਬੀ ਨੇ ਫਰਮਾਇਆ ਕਿ ਕਿਆ ਤੁਸੀਂ ਉਹਨਾਂ ਦੇ ਹਰਾਮ ਨੂੰ ਹਰਾਮ ਹਲਾਲ, ਉਹਨਾਂ ਦੇ ਕੀਤੇ ਹੋਏ ਹਲਾਲ ਨੂੰ ਹਲਾਲ, ਉਹਨਾਂ ਦੇ ਕਹੇ ਹੋਏ ਹਰਾਮ ਨੂੰ ਹਰਾਮ ਨਹੀਂ ਸੀ ਮੰਨ ਲੈਂਦੇ? ਯਾ ਰਸੂਲullah ਬਿਲਕੁਲ ਇਸ ਤਰ੍ਹਾਂ ਹੀ ਸੀ। ਅੱਲਾਹ ਦੇ ਨਬੀ ਫਰਮਾਇਆ ਕਿ ਇਹਨੂੰ ਖੁਦਾ ਬਣਾ ਲੈਣਾ ਕਹਿੰਦੇ। ਯਾਨੀ ਜੋ ਗੱਲ ਸਾਹਮਣੇ ਬੈਠੇ ਹੋਏ ਆਲਮ ਨੇ ਮੌਲਵੀ ਨੇ ਕਹਿ ਦਿੱਤੀ ਬਗੈਰ ਦਲੀਲ ਤੋਂ ਬਗੈਰ ਪੁੱਛਿਓ, ਭਾਵੇਂ ਉਹ ਤੁਹਾਡੀ ਅਕਲ 'ਚ ਬਹਿੰਦੀ ਹੈ, ਭਾਵੇਂ ਉਹ ਕੋ ਬੜੀ ਅੱਛੀ ਤਰ੍ਹਾਂ ਮਾਰਵਲ ਸਟੋਰੀ ਟਾਈਪ ਚੀਜ਼ ਲੱਗ ਰਹੀ ਹੈ, ਤੁਹਾਡੇ ਦਿਲ ਨੂੰ ਬਸ ਖਿੱਚ ਰਹੀ ਹੈ, ਬਸ ਠੀਕ ਹੈ, ਬੜੀ ਅੱਛੀ ਆਵਾਜ਼ ਨਾਲ ਉਹਨੇ ਗੱਲ ਕਰ ਦਿੱਤੀ ਤੇ ਤੁਸੀਂ ਕਿਹਾ ਹਾਂ ਜੀ ਹਾਂ ਬਸ ਠੀਕ ਹੈ ਜੀ ਇਹ ਗੱਲ ਮੰਨ। ਇਹ ਚੀਜ਼ ਦੇਣ ਦਾ ਬੇੜਾ ਗਰਕ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਜੋ ਹੋਇਆ ਹੈ ਨਾ, ਉਹ ਸਿਰਫ ਇਹੀ ਵਜ੍ਹਾ ਹੈ ਕਿ ਅਸੀਂ ਹਰ ਚੀਜ਼ ਬਗੈਰ ਸਨਦ ਤੋਂ ਲੈਣੀ ਸ਼ੁਰੂ ਕਰ ਦਿੱਤੀ, ਸਿਰਫ ਮੌਲਵੀ ਦੇ ਰੋਬ ਦੀ ਵਜ੍ਹਾ ਤੋਂ ਜਾਂ ਸਾਹਮਣੇ ਵਾਲੇ ਬੰਦੇ ਦੇ ਰੋਬ ਦੀ, ਸਾਰਾ ਬੇੜਾ ਗਰਕ ਹੋ ਗਿਆ। ਫਿਰ ਅਸੀਂ ਉਹਨਾਂ ਚੀਜ਼ਾਂ ਦੇ ਐਸੇ ਪੱਕੇ ਹੋਏ ਕਿ ਅਸੀਂ ਫਰਜ਼ ਛੱਡ ਦਿੱਤੇ ਤੇ ਉਹਨਾਂ ਦੇ ਮਗਰ ਲੱਗ ਗਏ। ਬਸ ਅਮਨ ਭਾਈ ਇਹਨੇ ਕੀ ਗੱਲ ਕਰਨੀ ਸੀ, ਉਹਨੂੰ ਆਈ ਸੀ ਕਾਫੀ ਜ਼ਿਆਦਾ ਤੇਜ਼ ਗੱਲ। ਸੈਦ ਤੁਹਾਡਾ ਗਲਾ ਬੜਾ ਖਰਾਬ ਹੈ। ਦੇਖਨੇ ਆ ਉਮਰ ਭਾਈ ਹੁਣ ਫਾਰਗ ਹੋ ਗਏ ਹੋਣਗੇ, ਹੁਣ ਦੇਣਗੇ ਜਵਾਬ, ਦੱਸਣਗੇ, ਕਹਿੰਦੇ ਨੇ ਤੁਹਾਨੂੰ ਨਹੀਂ ਪਤਾ ਤੇ ਮੇਰੇ ਕੋਲ ਇਹਨਾਂ ਗੱਲਾਂ ਦੇ ਜਵਾਬ ਐਂਡ ਨੇ। ਮਿਊਟ ਵੀ ਨਹੀਂ ਹੈ ਤੇ ਆਵਾਜ਼ ਵੀ ਉਹਨਾਂ ਦੀ ਨਹੀਂ ਆ ਰਹੀ, ਕੀ ਮਸਲਾ ਹੈ? ਮਿਊਟ ਤਾਂ ਨਹੀਂ ਹੈ। ਉਮਰ ਸਿਆਨ ਸਾਹਿਬ ਇੱਥੇ ਹੀ ਹੋ? ਹਾਂਜੀ ਇੱਥੇ ਹੀ ਆ। ਦੱਸੋ ਫਿਰ ਬੰਦੇ ਤੇ ਸਾਰੇ ਮੇਰੀ ਗੱਲ ਸੁਣੋ ਅਮਰ ਭਾਈ, ਤੁਸੀਂ ਨਹੀਂ ਮੰਨਣਾ ਮੈਂ ਕੀ ਪਤਾ ਹੈ, ਕਿਉਂਕਿ ਇਹ ਹਦੀਸਾਂ ਜਿਹੜੀਆਂ ਔਰ ਤੁਸੀਂ ਆਸੋ ਇਹ ਹਦੀਸ ਜ਼ਈਫ ਹੈ, ਇਹ ਹੈ वो है। ਹੁਣ ਮੈਂ ਐਸਾ ਸਵਾਲ ਕਰਸਾਂ ਜਿਸ ਨਾਲ ਕੁਰਾਨ ਔਰ ਹਦੀਸ ਵਿੱਚੋਂ ਇਨਸ਼ਾਅੱਲਾ ਹਵਾਲਾ ਉਸੀ ਔਰ ਸਹੀ ਹਦੀਸ ਸਹੀ ਮੁਸਲਿਮ ਬੁਖਾਰੀ ਜਾਂ ਕੁਰਾਨ ਨਾਲ ਰੈਫਰੈਂਸ ਦੇ ਕੇ ਗੱਲ ਕਰਸਾਂ, ਠੀਕ ਹੈ। ਜਿੱਥੇ ਤੱਕ ਤੁਸਾਂ ਦੀ ਗੱਲ ਹੈ ਕਿ ਕੁਰਾਨ ਵਿੱਚ ਔਰ ਹਦੀਸ ਸਹੀ ਚ ਨਹੀਂ ਹੈ, ਉਹਦੇ ਤੇ ਮੈਂ ਐਗਰੀ ਹਾਂ, ਲੇਕਿਨ ਬਾਜ਼ ਉਲਮਾ ਤੇ ਜਿਸ ਉਹਨਾਂ ਦਾ ਕਹਿਣਾ ਹੈ, ਜਿੱਥੇ ਤੱਕ ਮੈਂ ਪੜ੍ਹਿਆ ਹੈ, ਮੈਂ ਗਲਤ ਵੀ ਹੋ ਸਕਣਾ ਸਹੀ ਵੀ ਹੋ ਸਕਣਾ, ਤੇ ਉਹ ਮੈਂ ਪੂਰੀ ਡਿਟੇਲ ਨਾਲ ਬਤਾ ਤੁਸਾਂ ਨੂੰ, ਲੇਕਿਨ ਤੁਸਾਂ ਨਹੀਂ ਮੰਨਣਾ। ਲੇਕਿਨ ਇੱਕ और सवाल मैं कर सा, तुसी किसी और नाल सवाल कर लो और कुरान और हदीस ने मुताबिक हो सी इंशाअल्लाह, और सही कुरान और हदीस विच अगर तुसा उसने जवाब दिता है ठीक है, नहीं तो फिर मैं आप जवाब देंगा। ਨਹੀਂ ਅਸਲ ਜਿਹੜੇ ਬੰਦੇ ਆਏ ਨੇ ਉੱਪਰ 2-3 ਬੰਦੇ ਨੇ ਤੇ ਉਹ ਤੁਹਾਡੇ ਪਹਿਲੇ ਪਿਛਲੀ ਵਾਲੀ ਗੱਲ ਸੁਣਨਾ ਚਾਹੁੰਦੇ ਨੇ। नहीं तो पिछले वाली गल मेरे सुनने को तुसी बड़े बड़े उलमा दी उन्होंने तो जाके तुसी चेक कर लो उन्होंने क्या आख्या इस बारे विच। मेरी सुनने नाल मैं तो एक छोटा सा तलब इल्म हूँ, उन्होंने दा तुसी जाके जिहड़ा ना चेक कर लो की कह रहे ने। तुसी मेरे मुंह चों सुन के ज़रूरी है कि तुसी मेरे मुंह चों सुनना है। मोहतरम जो भी तुहाडे कोल है वे तुसां दावा जो कीता तुसी ये दसो पाकिस्तान दे बड़े बड़े उलमा माशाअल्लाह, डॉक्टर इसरार साहबन, मौलाना तकी उस्मानी साहबन, डॉक्टर तैरुल कादरी है, सो तुसी जाके इन्हां कोलों पता कर लो कि ये क्या आखदे न। डॉक्टर तैरुल कादरी दा तुसी पता कर लो वो की आखदा है, ठीक है। सवाल तुसां कीता जवाब असी नहीं दे सके ते जवाब तुसां आख्या कि मैं देंगा। नहीं मैं कहना नहीं जवाब, लेकिन मैं तुहानू सच्ची दसा मैं जवाब दियां, लेकिन मैं हुण ऐसी गल करांगा जिहड़ी कुरान और हदीस तो मैं खुद साबित करां। मैं कहना जिहड़ी पहले कीती जे कहंदे ने सियाणे भी पिछला पीठिया छाण लो फिर अगों नवीं कर लवे जे, जिहड़ा पिछली गल कीती ओहदा रेफरेंस ते दिओ ना। मैं तुहानू दस्सिया है कि डॉक्टर तैरुल कादरी दी जाके तुसी ਉਹਦਾ ਤੁਸੀਂ ਚੈੱਕ ਕਰ ਲਓ ਇਹਦੇ ਹਵਾਲੇ ਨਾਲ ਕਿ ਉਹ ਕੀ ਕਹਿ ਰਹੇ ਉਹ ਕੀ ਕਹਿ ਰਿਹਾ, ਤੁਸੀਂ ਦੱਸ ਦਿਓ ਕੀ ਕਹਿ ਰਿਹਾ।
ਇਹ ਜਿਹੜੀ ਮੈਂ ਤੁਹਾਨੂੰ ਸਾਰੀਆਂ ਤੁਹਾਨੂੰ ਦੱਸੇ ਤੇਰੇ ਹਵਾਲੇ ਉਹਦੇ ਤੁਸੀਂ ਚੈੱਕ ਕਰ ਲਓ ਕੀ ਆਦਾ ਇਹਦੇ ਵਿੱਚ ਇਹਦੇ ਬਾਰੇ ਚ। हजरत जो तुसा सुनिया ਉਹਦੇ ਕੋਲੋਂ ਤੁਸੀਂ ਬਿਆਨ ਕਰ ਦਿਓ। ਮੈਂ ਕਰ ਦੇਣਾ ਠੀਕ ਹੈ। ਮੈਂ ਥੋੜਾ ਬਿਜ਼ੀ ਹਾਂ, ਮੈਂ ਯੂਕੇ ਚ ਹਾਂ, ਮੇਰੇ ਕੋਲ ਮੇਰੇ ਬੱਚੇ ਨੇ 2 ਬੈਠੇ, ਮੈਂ ਇੱਧਰ ਹੀ ਹਾਂ, ਮੈਂ ਜਾਣਾ ਨਾ, ਮੈਂ ਨਸਤਾ ਕਿਤੇ ਵੀ ਨਾ, ਮੈਂ 5-10 ਮਿੰਟ ਤੱਕ ਤੁਸੀਂ ਕੋਈ ਹੋਰ ਕਿਸੇ ਬੰਦੇ ਨਾਲ ਗੱਲਬਾਤ ਕਰ ਲਓ, ਮੈਂ ਪੂਰਾ ਤੁਹਾਨੂੰ ਵਾਕਿਆ ਸੁਣਾ ਦੇਸਾਂ ਠੀਕ ਹੈ। चलो ठीक बात ये है भाई, अब्दुल्ला इब्ने उमर आमिर भाई हमें वो सवाल का हमें जवाब चाहिए, आप लेके देती है। मलिक इमरान भाई एक ਬੰਦਾ ਕਰਦਾ ਹੋਵੇ, ਨਹੀਂ ਟੋਕੇ ਤਾਂ ਉਹਨੂੰ ਗੱਲ ਕਰਨਾ। ਬਲਾਲ ਭਾਈ ਦੀ ਤਰੀਕੇ ਦੇ ਠੀਕ ਨਹੀਂ ਹੋਗਾ। अब्दुल्ला इब्ने उमर रजी अल्लाह ताला अन्हु के पास एक बंदा आया, शामी था गालिबन। उसने कहा कि जी हज तमत्तु ये करना चाहिए या नहीं करना चाहिए, यानी इजाज़त है, हुक्म है। उसने कहा जी करना चाहिए बिल्कुल। कहिए आप हजरत उमर ने तो मना किया। अब्दुल्ला बिन उमर के साथ जब उसकी ये मुकालमा हुआ तो अब्दुल्ला बिन उमर ने कहा कि मैं तुम्हें कह रहा हूँ कि अल्लाह के नबी ने इजाज़त दी, या तुम कह रहे हो कि उमर बिन खत्ताब, हालांकि उमर बिन खत्ताब खुलफाए राशिदीन में से हैं, अलैकुम बिसुन्नती व सुन्नतुल खुलफाए राशिदीन वल महदीयीन, ये उन पे भी आता है। लेकिन अब्दुल्ला बिन उमर ने कहा कि बताओ मेरी बात, मेरे बाप की बात मानी जाएगी या रसूलुल्लाह की बात मानी जाएगी। यानी बात करने का मकसद ये है कि जो बात आप हमें सुना रहे हैं, तहरुल कादरी ने ये कह दिया, डॉक्टर इसरार ने ये कह दिया, फलां ने, इमाम काबा भी हो, एक तरफ रसूलुल्लाह की बात हो, एक तरफ वो बात हो जिसका सबूत हमें कुरान और हदीस में सही सनद के साथ मिलता हो, और एक तरफ वो बात हो जिसका कोई सर पैर ही ना हो, जिसकी कोई सनद ही ना हो, कोई दलील ही ना हो, तारीख की किताब हिस्सा हो, किसी तफसीर का हो, किसी की अपनी लिखी किताब हो, किसी की अपनी जाती राय हो, भाई उस बात को नहीं माना जाएगा। सुनी सुनाई बात, ऐसी बात, अब उमर बिन खत्ताब से बड़े हैं अगर तारुल कादरी साहब, तो हम मान लेते हैं बिल्कुल ये बात उनके, लेकिन रसूलुल्लाह के मुकाबले में या ऐसी बात जिसका कुरान और हदीस से कोई ताल्लुक नहीं हो, जिसका ज़ाहरी तौर पे कुछ जारी कह रहा हूँ, जिसका सबूत कुरान और हदीस में सनद के साथ मौजूद नहीं, आप वो बात यहाँ पे आगे कर रहे हैं और हमसे उसका जवाब मांग रहे हैं। वैसे मेरे ख्याल से ये बातें सवाल करना कि वो कहाँ पे उतरे थे, वही क्या हुई थी, क्या मामला हुआ था, ये ज़रूरी नहीं है हमारे जानने में, क्योंकि अगर ये हमारे जानने के लिए ज़रूरी होता तो ये कुरान और हदीस में ज़रूर आता। जितना हिस्सा कुरान और हदीस में आ गया वो हमारे लिए ज़रूरी था, अल्लाह ताला ने बयान कर दिया। अहादीस में अल्लाह के नबी सल्लल्लाहु अलैहि वसल्लम ने खुद या उनके सहाबा ने बयान कर दिया। अब इसके बाद ऐसी बात जिसकी ज़रूरत हमें महसूस, हमारे लिए जिसकी ज़रूरत हमें नहीं है, अल्लाह ताला ने नहीं समझी हमारे लिए ज़रूरत, या अल्लाह ताला ने वो हमारे लिए ज़रूरी नहीं उस चीज़ को समझा, वो बयान नहीं हुई और ना उसमें जाने की ज़रूरत है। ये अब कहानियाँ हैं, क्योंकि जो सौदा आवाम में एक दफ़ा बिक जाए, जो चीज़ें बिक जाए, हम हमारे मौलवी वो शुरू कर देते हैं, वो मीठी मीठी बड़ी प्यारी प्यारी बातें सुना के, बड़े प्यारे प्यारे रवैये से, मीठे मीठे रवैये से, तो लहजे से, सॉरी, तो आवाम से कहती है कि पता नहीं ये सच है। भाई ऐसे नहीं होता, ठीक है। आपको कोई भी बंदा, बात अब्दुल्ला बिन उमर रज़ी अल्लाह ताला अन्हु के साथ में है कि जो बात रसूलुल्लाह से साबित हो वही मानी जाएगी, उसके अलावा खुलफाए राशिदीन की बात रसूलुल्लाह के बाद, खुलफाए राशिदीन अलैकुम बिसुन्नती व सुन्नतुल खुलफाए राशिदीन वल महदीयीन, उनकी बात भी रसूलुल्लाह के मुकाबले में उस तरीके से नहीं है। हालांकि उनका इज्तिहाद हो तो हमारे लिए मानना जरूरी, लेकिन रसूलुल्लाह के मुकाबले में अतीउल्लाह व अतीउर रसूल व उलिल अम्र मिनकुम, और उसके बाद आता है कि जब तुम्हारा अल्लाह और उसके, जब हुक्मरान वक्त के साथ भी तुम्हारा इख्तिलाफ हो तो मामला अल्लाह और उसके रसूल की तरफ जाएगा। यानी हर बात अल्लाह और उसके रसूल पर जाके खत्म है, उसके बाद इज्तिहाद है किसी की अपनी जाती राय है, वो ठीक। आप हमें सुना रहे तारुल कादरी ने ये कह दिया, फलाने ने ये कह दिया, कोई अहमियत नहीं है जब तक वो उसका सबूत कुरान और हदीस से नहीं दिखा देगा सही सनद के साथ, हम उसकी बात को नहीं मानेंगे, रिजेक्ट करेंगे, दीवार में मारेंगे। बिलाल भाई हो गई है गल, मेहरबानी रहा। सियाल भाई तुसा बुजुर्ग हो जी, तुसा करो, वो फिर मैं करने सी को गल, या उमर साहब